डियर स्टूडेंट्स, गुड मॉर्निंग। मैं सुखप्रीत सिंह, साइंस मास्टर, सरकारी मिडल स्कूल अतापुर, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਆਪ ਸਭ ਦਾ ਅੱਜ ਦੀ ਇਸ ਕਲਾਸ ਵਿੱਚ ਸਵਾਗਤ ਕਰਦਾ ਹਾਂ। ਅੱਜ ਦੀ ਕਲਾਸ ਦਾ ਵਿਸ਼ਾ ਹੈ ਪਾਠ 12 ਪੌਦਿਆਂ ਵਿੱਚ ਪ੍ਰਜਨਨ। ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਾਂ ਪ੍ਰਜਨਨ ਬਾਰੇ ਜਾਣਦੇ ਹਾਂ। ਜਿਵੇਂ ਤੁਹਾਨੂੰ ਪਤਾ ਹੈ, ਸੰਜੀਵਾਂ ਵਿੱਚ ਆਪਣੇ ਵਰਗੇ ਜੀਵ ਪੈਦਾ ਕਰਨ ਦੀ ਯੋਗਤਾ ਹੁੰਦੀ ਹੈ। ਇਸੇ ਨੂੰ ਪ੍ਰਜਨਨ ਕਿਹਾ ਜਾਂਦਾ ਹੈ। ਅੱਜ ਆਪਾਂ ਸਿਰਫ ਪੌਦਿਆਂ ਵਿੱਚ ਪ੍ਰਜਨਨ ਬਾਰੇ ਪੜ੍ਹਾਂਗੇ। ਪਿਆਰੇ ਵਿਦਿਆਰਥੀਓ, ਪੌਦਿਆਂ ਵਿੱਚ ਪ੍ਰਜਨਨ ਦੇ ਕਈ ਢੰਗ ਹੁੰਦੇ ਹਨ। ਇਹਨਾਂ ਵਿੱਚੋਂ ਮੁੱਖ ਹਨ ਅਲਿੰਗੀ ਪ੍ਰਜਨਨ ਅਤੇ ਲਿੰਗੀ ਪ੍ਰਜਨਨ। ਇਸ ਤੋਂ ਇਲਾਵਾ ਕੁਝ ਪੌਦਿਆਂ ਵਿੱਚ ਕਾਇਕ ਪ੍ਰਜਨਨ ਦੁਆਰਾ ਵੀ ਪ੍ਰਜਨਨ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਅਲਿੰਗੀ ਪ੍ਰਜਨਨ ਕੀ ਹੁੰਦਾ ਹੈ? ਅਲਿੰਗੀ ਪ੍ਰਜਨਨ ਦੀ ਉਹ ਵਿਧੀ ਹੈ ਜਿਸ ਵਿੱਚ ਬੀਜਾਂ ਦੀ ਲੋੜ ਨਹੀਂ ਹੁੰਦੀ। ਇੱਕ ਹੀ ਜਣਕ ਤੋਂ ਨਵਾਂ ਪੌਦਾ ਤਿਆਰ ਹੋ ਜਾਂਦਾ ਹੈ। ਭਾਵ ਨਰ ਅਤੇ ਮਾਦਾ ਦੋ ਜਣਕਾਂ ਦੀ ਲੋੜ ਨਹੀਂ ਹੁੰਦੀ। ਅਲਿੰਗੀ ਪ੍ਰਜਨਨ ਕਈ ਪ੍ਰਕਾਰ ਨਾਲ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾ ਪ੍ਰਕਾਰ ਹੈ ਦੋ ਖੰਡਨ। ਇਸ ਵਿਧੀ ਵਿੱਚ ਇੱਕ ਜੀਵ ਦੋ ਜੀਵਾਂ ਵਿੱਚ ਵੰਡਿਆ ਜਾਂਦਾ ਹੈ। ਉਸ ਜੀਵ ਦਾ ਨਿਊਕਲੀਅਸ ਵੀ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਦੋ ਨਵੇਂ ਜੀਵ ਵਿਕਸਿਤ ਹੋ ਜਾਂਦੇ ਹਨ। ਇਸ ਦੀਆਂ ਉਦਾਹਰਨਾਂ ਹਨ ਉੱਲੀ ਅਤੇ ਕਾਈ। ਇਸ ਤੋਂ ਇਲਾਵਾ ਇਹ ਕਈ ਇੱਕ ਸੈਲੀ ਜੀਵਾਂ ਵਿੱਚ ਵੀ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਇਸ ਤੋਂ ਅਗਲਾ ਜੋ ਪ੍ਰਕਾਰ ਹੈ ਉਹ ਹੈ ਕਲੀਆਂ ਰਾਹੀਂ। ਇਸ ਵਿਧੀ ਵਿੱਚ ਜਣਕ ਪੌਦੇ ਉੱਤੇ ਬਲਬ ਵਰਗੇ ਵਾਧੇ ਬਣਦੇ ਹਨ, ਜਿਨ੍ਹਾਂ ਨੂੰ ਕਲੀ ਕਿਹਾ ਜਾਂਦਾ ਹੈ। ਇਹ ਕਲੀ ਆਪਣੇ ਆਪ ਨੂੰ ਮੁੱਖ ਪੌਦੇ ਤੋਂ ਵੱਖ ਕਰਕੇ ਇੱਕ ਨਵੇਂ ਪੌਦੇ ਦੇ ਰੂਪ ਵਿੱਚ ਵਿਕਸਿਤ ਹੋ ਜਾਂਦੀ ਹੈ। ਪਿਆਰੇ ਵਿਦਿਆਰਥੀਓ, ਇਸ ਤਰ੍ਹਾਂ ਦਾ ਪ੍ਰਜਨਨ ਹਾਈਡਰਾ ਵਿੱਚ ਵੇਖਣ ਨੂੰ ਮਿਲਦਾ ਹੈ, ਜਿਸ ਦਾ ਚਿੱਤਰ ਤੁਸੀਂ ਵੇਖ ਸਕਦੇ ਹੋ। ਪਿਆਰੇ ਵਿਦਿਆਰਥੀਓ, ਇਸ ਤੋਂ ਅਗਲਾ ਜੋ ਪ੍ਰਕਾਰ ਹੈ ਉਸ ਦਾ ਨਾਮ ਹੈ ਵਿਖੰਡਨ। ਤੁਸੀਂ ਛੱਪੜ ਜਾਂ ਤਲਾਬ ਵਿੱਚ ਕਾਈ ਜ਼ਰੂਰ ਵੇਖੀ ਹੋਵੇਗੀ। ਪਾਣੀ ਅਤੇ ਪੋਸ਼ਣ ਦੀ ਮੌਜੂਦਗੀ ਵਿੱਚ ਕਾਈ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਹੈ। ਇਹ ਵਿਖੰਡਨ ਦੁਆਰਾ ਪ੍ਰਜਨਨ ਕਰਦੀ ਹੈ। ਇਸ ਵਿਧੀ ਵਿੱਚ ਕਾਈ ਦੋ ਜਾਂ ਬਹੁਤੇ ਖੰਡਾਂ ਵਿੱਚ ਵੰਡੀ ਜਾਂਦੀ ਹੈ। ਬਾਅਦ ਵਿੱਚ ਹਰੇਕ ਖੰਡ ਪੂਰਨ ਕਾਈ ਵਿੱਚ ਵਿਕਸਿਤ ਹੋ ਜਾਂਦਾ ਹੈ। ਇਹ ਕਿਰਿਆ ਬਾਰ-ਬਾਰ ਦੁਹਰਾਈ ਜਾਂਦੀ ਹੈ, ਜਿਸ ਨਾਲ ਕਾਈ ਥੋੜ੍ਹੇ ਸਮੇਂ ਵਿੱਚ ਬਹੁਤ ਵੱਡੇ ਖੇਤਰ ਵਿੱਚ ਫੈਲ ਜਾਂਦੀ ਹੈ। ਪਿਆਰੇ ਵਿਦਿਆਰਥੀਓ, ਇਸ ਤੋਂ ਅਗਲਾ ਜੋ ਪ੍ਰਕਾਰ ਹੈ ਉਹ ਹੈ ਬੀਜਾਣੂਆਂ ਰਾਹੀਂ। ਬੀਜਾਣੂ ਬਹੁਤ ਛੋਟੇ ਅਤੇ ਗੋਲ ਆਕਾਰ ਦੀਆਂ ਅਲਿੰਗੀ ਰਚਨਾਵਾਂ ਹੁੰਦੀਆਂ ਹਨ। ਇਹਨਾਂ ਦੇ ਬਾਹਰ ਇੱਕ ਸੁਰੱਖਿਆ ਪਰਤ ਹੁੰਦੀ ਹੈ ਅਤੇ ਇਹ ਲੰਬਾ ਸਮਾਂ ਹਵਾ ਵਿੱਚ ਰਹਿ ਸਕਦੇ ਹਨ। ਅਨੁਕੂਲ ਵਾਤਾਵਰਣ ਵਿੱਚ ਬੀਜਾਣੂ ਪੁੰਗਰ ਕੇ ਇੱਕ ਨਵੇਂ ਜੀਵ ਦੇ ਰੂਪ ਵਿੱਚ ਵਿਕਸਿਤ ਹੋ ਜਾਂਦੇ ਹਨ। ਡਬਲ ਰੋਟੀ 'ਤੇ ਉੱਗਣ ਵਾਲੀ ਉੱਲੀ ਇਸ ਦੀ ਉਦਾਹਰਨ ਹੈ। ਇਸ ਤੋਂ ਇਲਾਵਾ ਮੌਸ ਅਤੇ ਫਰਨ ਵਰਗੇ ਪੌਦਿਆਂ ਵਿੱਚ ਪ੍ਰਜਨਨ ਇਸ ਵਿਧੀ ਰਾਹੀਂ ਹੀ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਇਸ ਤੋਂ ਜੋ ਅਗਲਾ ਪ੍ਰਕਾਰ ਹੈ ਉਸ ਦਾ ਨਾਮ ਹੈ ਪੁਨਰਜਨਨ। ਜਿਵੇਂ ਤੁਹਾਨੂੰ ਪਤਾ ਹੈ, ਜੀਵਾਂ ਵਿੱਚ ਆਪਣੇ ਆਪ ਨੂੰ ਮੁਰੰਮਤ ਕਰਨ ਅਤੇ ਆਪਣੇ ਟੁੱਟੇ ਭੱਜੇ ਅੰਗਾਂ ਨੂੰ ਮੁੜ ਪੈਦਾ ਕਰਨ ਦੀ ਯੋਗਤਾ ਹੁੰਦੀ ਹੈ। ਇਸ ਨੂੰ ਪੁਨਰਜਨਨ ਕਿਹਾ ਜਾਂਦਾ ਹੈ। ਪੌਦਿਆਂ ਵਿੱਚ ਇਹ ਯੋਗਤਾ ਜੰਤੂਆਂ ਨਾਲੋਂ ਵਧੇਰੇ ਹੁੰਦੀ ਹੈ। ਇਸ ਦੀ ਉਦਾਹਰਨ ਹੈ ਘਾਹ। ਘਾਹ ਨੂੰ ਅਸੀਂ ਬਾਰ-ਬਾਰ ਕੱਟ ਦਿੰਦੇ ਹਾਂ, ਪਰੰਤੂ ਉਹ ਜਲਦੀ ਹੀ ਫੇਰ ਉੱਗ ਪੈਂਦੀ ਹੈ। ਇਸ ਦਾ ਕਾਰਨ ਹੈ ਪੁਨਰਜਨਨ।
ਪਿਆਰੇ ਵਿਦਿਆਰਥੀਓ, ਇਹ ਸਨ ਅਲਿੰਗੀ ਪ੍ਰਜਨਨ ਦੇ ਕੁਝ ਪ੍ਰਕਾਰ। ਇਸ ਤੋਂ ਬਾਅਦ ਹੈ ਕਾਇਕ ਪ੍ਰਜਨਨ। ਪ੍ਰਜਨਨ ਦੀ ਇਸ ਵਿਧੀ ਵਿੱਚ ਜੜ੍ਹਾਂ, ਤਣੇ ਅਤੇ ਪੱਤੇ ਰਾਹੀਂ ਨਵੇਂ ਪੌਦੇ ਪੈਦਾ ਹੁੰਦੇ ਹਨ। ਇਸ ਵਿਧੀ ਵਿੱਚ ਨਾ ਜਣਨ ਅੰਗ ਭਾਗ ਲੈਂਦੇ ਹਨ ਅਤੇ ਨਾ ਹੀ ਬੀਜ ਪੈਦਾ ਹੁੰਦੇ ਹਨ। ਪਿਆਰੇ ਵਿਦਿਆਰਥੀਓ, ਇਸ ਦੇ ਵੀ ਕਈ ਪ੍ਰਕਾਰ ਹੁੰਦੇ ਹਨ। ਪਹਿਲਾ ਪ੍ਰਕਾਰ ਹੈ ਜੜ੍ਹਾਂ ਰਾਹੀਂ ਕਾਇਕ ਪ੍ਰਜਨਨ। ਸ਼ਕਰਕੰਦੀ ਅਤੇ ਡੇਲੀਆ ਵਰਗੇ ਪੌਦਿਆਂ ਦੀਆਂ ਜੜ੍ਹਾਂ ਮੋਟੀਆਂ ਅਤੇ ਫੁੱਲੀਆਂ ਹੋਈਆਂ ਹੁੰਦੀਆਂ ਹਨ। ਇਹਨਾਂ ਨੂੰ ਜਦੋਂ ਸਿੱਲੀ ਮਿੱਟੀ ਵਿੱਚ ਦਬਾਇਆ ਜਾਂਦਾ ਹੈ ਤਾਂ ਇਹ ਨਵੇਂ ਪੌਦੇ ਦੇ ਰੂਪ ਵਿੱਚ ਵਿਕਸਿਤ ਹੋ ਜਾਂਦੀਆਂ ਹਨ। ਇਸ ਤਰ੍ਹਾਂ ਜੜ੍ਹਾਂ ਰਾਹੀਂ ਕਾਇਕ ਪ੍ਰਜਨਨ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਦੂਸਰਾ ਪ੍ਰਕਾਰ ਹੈ ਤਣੇ ਰਾਹੀਂ ਕਾਇਕ ਪ੍ਰਜਨਨ। ਇਸ ਦੀ ਉਦਾਹਰਨ ਹੈ ਆਲੂ। ਆਲੂ ਤਣੇ ਦਾ ਧਰਤੀ ਹੇਠਲਾ ਫੁੱਲਿਆ ਹੋਇਆ ਭਾਗ ਹੁੰਦਾ ਹੈ, ਜਿਸ ਨੂੰ ਗੰਢ ਜਾਂ ਟਿਊਬਰ ਵੀ ਕਿਹਾ ਜਾਂਦਾ ਹੈ। ਇਸ ਵਿੱਚ ਭੋਜਨ ਸਟੋਰ ਹੁੰਦਾ ਹੈ। ਜੇਕਰ ਅਸੀਂ ਆਲੂ ਨੂੰ ਪਾਰਦਰਸ਼ੀ ਲੈਂਜ਼ ਨਾਲ ਵੇਖੀਏ ਤਾਂ ਸਾਨੂੰ ਇਸ ਉੱਤੇ ਕੁਝ ਧੱਬੇ ਦਿਖਾਈ ਦੇਣਗੇ। ਇਹਨਾਂ ਨੂੰ ਆਲੂ ਦੀਆਂ ਅੱਖਾਂ ਕਿਹਾ ਜਾਂਦਾ ਹੈ। ਇਹਨਾਂ ਅੱਖਾਂ ਰਾਹੀਂ ਹੀ ਨਵੇਂ ਪੌਦੇ ਵਿਕਸਿਤ ਹੁੰਦੇ ਹਨ। ਇਸ ਤਰ੍ਹਾਂ ਨਾਲ ਤਣੇ ਰਾਹੀਂ ਕਾਇਕ ਪ੍ਰਜਨਨ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਤੀਸਰਾ ਪ੍ਰਕਾਰ ਹੈ ਪੱਤਿਆਂ ਰਾਹੀਂ ਕਾਇਕ ਪ੍ਰਜਨਨ। ਇਸ ਦੀ ਉਦਾਹਰਨ ਹੈ ਪੱਥਰ ਚੱਟ। ਪੱਥਰ ਚੱਟ ਦੇ ਕਿਨਾਰੇ, ਪੱਤਿਆਂ ਦੇ ਕਿਨਾਰੇ ਦੰਦਿਆਂ ਵਰਗੇ ਹੁੰਦੇ ਹਨ, ਜਿਨ੍ਹਾਂ ਉੱਤੇ ਕੁਝ ਪੱਤੀਆਂ ਉੱਗ ਆਉਂਦੀਆਂ ਹਨ। ਬਾਅਦ ਵਿੱਚ ਇਹ ਪੱਤੀਆਂ ਨਵੇਂ ਪੌਦਿਆਂ ਦੇ ਰੂਪ ਵਿੱਚ ਵਿਕਸਿਤ ਹੋ ਜਾਂਦੀਆਂ ਹਨ। ਇਸ ਤਰ੍ਹਾਂ ਨਾਲ ਪੱਤਿਆਂ ਰਾਹੀਂ ਕਾਇਕ ਪ੍ਰਜਨਨ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਇਹ ਸਨ ਕਾਇਕ ਪ੍ਰਜਨਨ ਦੇ ਕੁਝ ਪ੍ਰਕਾਰ। ਕਾਇਕ ਪ੍ਰਜਨਨ ਦੇ ਲਾਭ। ਕਾਇਕ ਪ੍ਰਜਨਨ ਦੇ ਬਹੁਤ ਸਾਰੇ ਲਾਭ ਹੁੰਦੇ ਹਨ, ਜਿਵੇਂ ਇਹ ਸੌਖਾ, ਤੇਜ਼ ਅਤੇ ਘੱਟ ਖਰਚੀਲਾ ਤਰੀਕਾ ਹੈ। ਭਾਵ ਇਸ ਰਾਹੀਂ ਤੇਜ਼ੀ ਨਾਲ ਬਹੁਤ ਸਾਰੇ ਪੌਦੇ ਤਿਆਰ ਕੀਤੇ ਜਾ ਸਕਦੇ ਹਨ। ਇਸ ਵਿਧੀ ਵਿੱਚ ਬੀਜਾਂ ਦੀ ਲੋੜ ਨਹੀਂ ਪੈਂਦੀ। ਸਾਨੂੰ ਪਤਾ ਹੈ ਕੁਝ ਪੌਦਿਆਂ ਦੇ ਬੀਜ ਆਸਾਨੀ ਨਾਲ ਉਪਲਬਧ ਨਹੀਂ ਹੁੰਦੇ। ਉਹਨਾਂ ਲਈ ਇਹ ਵਿਧੀ ਬਹੁਤ ਹੀ ਲਾਭਦਾਇਕ ਹੈ। ਤਿਆਰ ਪੌਦੇ ਅਤੇ ਜਣਕ ਪੌਦੇ ਵਿੱਚ ਕੋਈ ਵੀ ਭਿੰਨਤਾ ਨਹੀਂ। ਜੇਕਰ ਅਸੀਂ ਇੱਕੋ ਤਰ੍ਹਾਂ ਦੇ ਪੌਦੇ ਪੈਦਾ ਕਰਨਾ ਚਾਹੁੰਦੇ ਹਾਂ ਤਾਂ ਉਸ ਦੇ ਲਈ ਵੀ ਇਹ ਵਿਧੀ ਬਹੁਤ ਲਾਭਦਾਇਕ ਹੈ। ਪਿਆਰੇ ਵਿਦਿਆਰਥੀਓ, ਅੱਗੇ ਹੈ ਕਾਇਕ ਪ੍ਰਜਨਨ ਦੇ ਬਨਾਵਟੀ ਢੰਗ। ਕਾਇਕ ਪ੍ਰਜਨਨ ਦੇ ਲਾਭਾਂ ਨੂੰ ਦੇਖਦੇ ਹੋਏ ਮਨੁੱਖ ਦੁਆਰਾ ਇਸ ਦੇ ਕੁਝ ਬਨਾਵਟੀ ਢੰਗ ਵੀ ਵਿਕਸਿਤ ਕੀਤੇ ਗਏ ਹਨ, ਜਿਵੇਂ ਕਲਮ ਲਗਾਉਣਾ, ਦਾਬ ਲਗਾਉਣਾ, ਪਿਉਂਦ ਲਗਾਉਣਾ, ਟਿਸ਼ੂ ਕਲਚਰ ਆਦਿ। ਹੁਣ ਅਸੀਂ ਇੱਕ ਇੱਕ ਕਰਕੇ ਇਹਨਾਂ ਬਾਰੇ ਪੜ੍ਹਾਂਗੇ। ਪਹਿਲਾ ਹੈ ਕਲਮ ਲਗਾਉਣਾ। ਕਲਮ ਦੋ ਤਰ੍ਹਾਂ ਨਾਲ ਲਗਾਈ ਜਾ ਸਕਦੀ ਹੈ, ਤਣੇ ਦੀ ਕਲਮ, ਜੜ ਦੀ ਕਲਮ। ਤਣੇ ਦੀ ਕਲਮ ਲਗਾਉਣ ਦੇ ਲਈ ਤਣਾ ਜਾਂ ਟਾਹਣੀ ਦਾ ਗੰਢ ਵਾਲਾ ਹਿੱਸਾ ਸਿੱਲੀ ਮਿੱਟੀ ਵਿੱਚ ਦਬਾਉਣਾ ਪੈਂਦਾ ਹੈ। ਅਨੁਕੂਲ ਵਾਤਾਵਰਣ ਵਿੱਚ ਇਸ ਵਿੱਚੋਂ ਜੜ੍ਹਾਂ ਅਤੇ ਪੱਤੇ ਉੱਗ ਪੈਂਦੇ ਹਨ ਅਤੇ ਇਹ ਨਵੇਂ ਪੌਦੇ ਦੇ ਰੂਪ ਵਿੱਚ ਵਿਕਸਿਤ ਹੋ ਜਾਂਦਾ ਹੈ। ਇਸ ਦੀਆਂ ਉਦਾਹਰਨਾਂ ਹਨ ਗੁਲਾਬ, ਗੰਨਾ, ਕੈਕਟਸ ਆਦਿ। ਕੁਝ ਪੌਦਿਆਂ ਦੀਆਂ ਜੜ੍ਹਾਂ ਦੇ ਟੁਕੜਿਆਂ ਨੂੰ ਜਦੋਂ ਅਸੀਂ ਮਿੱਟੀ ਵਿੱਚ ਦਬਾ ਦਿੰਦੇ ਹਾਂ ਤਾਂ ਉਹ ਨਵੇਂ ਪੌਦੇ ਦੇ ਰੂਪ ਵਿੱਚ ਉੱਗ ਪੈਂਦੇ ਹਨ। ਇਸ ਦੀਆਂ ਉਦਾਹਰਨਾਂ ਹਨ ਨਿੰਬੂ ਅਤੇ ਇਮਲੀ ਆਦਿ। ਪਿਆਰੇ ਵਿਦਿਆਰਥੀਓ, ਇਸ ਤੋਂ ਅਗਲਾ ਜੋ ਤਰੀਕਾ ਹੈ ਉਹ ਹੈ ਦਾਬ ਲਾਉਣਾ।
ਇਸ ਵਿਧੀ ਦੇ ਵਿੱਚ ਪੌਦੇ ਦੀ ਇੱਕ ਟਾਹਣੀ ਨੂੰ ਮਿੱਟੀ ਵਿੱਚ ਦਬਾ ਦਿੱਤਾ ਜਾਂਦਾ ਹੈ, ਜਿਸ ਦਾ ਕਿ ਕੁਝ ਸਿਰਾ ਬਾਹਰ ਰੱਖਿਆ ਜਾਂਦਾ ਹੈ। ਦੱਬੇ ਹੋਏ ਸਿਰੇ ਵਿੱਚ ਹੌਲੀ ਹੌਲੀ ਜੜ੍ਹਾਂ ਵਿਕਸਿਤ ਹੋ ਜਾਂਦੀਆਂ ਹਨ। ਇਸ ਤਰ੍ਹਾਂ ਨਾਲ ਇੱਕ ਨਵਾਂ ਪੌਦਾ ਹੋਂਦ ਵਿੱਚ ਆ ਜਾਂਦਾ ਹੈ। ਇਸ ਨਵੇਂ ਪੌਦੇ ਨੂੰ ਮੁੱਖ ਪੌਦੇ ਨਾਲੋਂ ਕੱਟ ਕੇ ਦੂਸਰੀ ਜਗ੍ਹਾ ਲਗਾਇਆ ਜਾਂਦਾ ਹੈ। ਇਸ ਦੀਆਂ ਉਦਾਹਰਨਾਂ ਹਨ ਜੈਸਮੀਨ ਅਤੇ ਸਟ੍ਰਾਬੈਰੀ। ਪਿਆਰੇ ਵਿਦਿਆਰਥੀਓ, ਇਸ ਤੋਂ ਅਗਲਾ ਜੋ ਤਰੀਕਾ ਹੈ ਉਹ ਹੈ ਪਿਉਂਦ ਲਗਾਉਣਾ। ਇਸ ਵਿਧੀ ਵਿੱਚ ਦੋ ਵੱਖ-ਵੱਖ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਪੌਦੇ ਦਾ ਤਣਾ ਜੜ ਸਮੇਤ ਲਿਆ ਜਾਂਦਾ ਹੈ। ਇਸ ਨੂੰ ਮੁੱਢ ਆਖਦੇ ਹਨ। ਦੂਸਰੇ ਪੌਦੇ ਦਾ ਤਣਾ ਲਿਆ ਜਾਂਦਾ ਹੈ। ਇਹ ਤਣਾ ਉਹ ਲਿਆ ਜਾਂਦਾ ਹੈ ਜਿਸ ਪੌਦੇ ਦੀ ਸਾਨੂੰ ਜ਼ਰੂਰਤ ਹੋਵੇ, ਭਾਵ ਇੱਛਤ ਗੁਣਾਂ ਵਾਲਾ ਪੌਦਾ। ਇਸ ਨੂੰ ਸ਼ਾਖਾ ਕਿਹਾ ਜਾਂਦਾ ਹੈ। ਮੁੱਢ ਅਤੇ ਸ਼ਾਖਾ ਨੂੰ ਤਿਰਛਾ ਕੱਟ ਕੇ ਆਪਸ ਵਿੱਚ ਜੋੜਿਆ ਜਾਂਦਾ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਦਿੱਤਾ ਜਾਂਦਾ ਹੈ। ਬਾਅਦ ਵਿੱਚ ਇਹਨਾਂ ਉੱਤੇ ਕੱਪੜਾ ਜਾਂ ਪੋਲੀਥੀਨ ਨੂੰ ਲਪੇਟ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਨਾਲ ਸਾਨੂੰ ਇੱਛਤ ਗੁਣਾਂ ਵਾਲਾ ਨਵਾਂ ਪੌਦਾ ਪ੍ਰਾਪਤ ਹੋ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਇਸ ਤੋਂ ਜੋ ਅਗਲਾ ਪ੍ਰਕਾਰ ਹੈ ਉਹ ਹੈ ਟਿਸ਼ੂ ਕਲਚਰ। ਇਸ ਵਿਧੀ ਵਿੱਚ ਪੌਦੇ ਦੀ ਟਹਿਣੀ ਦਾ ਸਿਖਰਲਾ ਨੁਕੀਲਾ ਭਾਗ, ਇਸ ਦੇ ਵਿੱਚੋਂ ਟਿਸ਼ੂਆਂ ਦਾ ਇੱਕ ਪੁੰਜ ਲਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਤੇਜ਼ੀ ਨਾਲ ਵਿਭਾਜਿਤ ਹੋ ਰਹੇ ਘੱਟ ਵਿਕਸਿਤ ਅਤੇ ਅਣਵਿਭੇਦਿਤ ਸੈੱਲ ਹੁੰਦੇ ਹਨ। ਇਸ ਟਿਸ਼ੂਆਂ ਦੇ ਪੁੰਜ ਨੂੰ ਕਿਸੇ ਮਾਧਿਅਮ ਵਿੱਚ ਉਦੋਂ ਤੱਕ ਰੱਖਿਆ ਜਾਂਦਾ ਹੈ ਜਦੋਂ ਤੱਕ ਉਹਨਾਂ ਵਿੱਚੋਂ ਪੁੰਗਾਰਾਂ ਨਾ ਨਿਕਲ ਆਉਣ। ਇਹਨਾਂ ਪੁੰਗਾਰਾਂ ਨੂੰ ਸਿੱਲੀ ਮਿੱਟੀ ਵਿੱਚ ਉਗਾਇਆ ਜਾਂਦਾ ਹੈ। ਇਸ ਤਰ੍ਹਾਂ ਨਾਲ ਸਾਨੂੰ ਬਹੁਤ ਸਾਰੇ ਪੌਦੇ ਪ੍ਰਾਪਤ ਹੋ ਜਾਂਦੇ ਹਨ। ਇਸ ਵਿਧੀ ਨੂੰ ਸੂਖਮ ਪ੍ਰਜਨਨ ਵੀ ਕਿਹਾ ਜਾਂਦਾ ਹੈ। ਇਸ ਦੀਆਂ ਉਦਾਹਰਨਾਂ ਹਨ ਆਲੂ ਅਤੇ ਗੰਨਾ। ਪਿਆਰੇ ਵਿਦਿਆਰਥੀਓ, ਇਹ ਸਨ ਕਾਇਕ ਪ੍ਰਜਨਨ ਦੇ ਕੁਝ ਬਨਾਵਟੀ ਢੰਗ। ਇਸ ਤੋਂ ਬਾਅਦ ਪੌਦਿਆਂ ਵਿੱਚ ਲਿੰਗੀ ਪ੍ਰਜਨਨ। ਲਿੰਗੀ ਪ੍ਰਜਨਨ ਕੇਵਲ ਉਹਨਾਂ ਪੌਦਿਆਂ ਵਿੱਚ ਹੁੰਦਾ ਹੈ ਜੋ ਫੁੱਲਦਾਰ ਹੁੰਦੇ ਹਨ। ਫੁੱਲ ਹੀ ਪੌਦੇ ਦੇ ਪ੍ਰਜਨਨ ਅੰਗ ਹੁੰਦੇ ਹਨ। ਫੁੱਲਾਂ ਵਿੱਚ ਪੁੰਕੇਸਰ ਅਤੇ ਇਸਤਰੀ ਕੇਸਰ ਹੁੰਦਾ ਹੈ। ਪੁੰਕੇਸਰ ਫੁੱਲ ਦਾ ਨਰ ਜਣਨ ਅੰਗ ਹੁੰਦਾ ਹੈ। ਇਸਤਰੀ ਕੇਸਰ ਫੁੱਲ ਦਾ ਮਾਦਾ ਜਣਨ ਅੰਗ ਹੁੰਦਾ ਹੈ। ਇਸ ਤੋਂ ਇਲਾਵਾ ਫੁੱਲ ਵੀ ਦੋ ਪ੍ਰਕਾਰ ਦੇ ਹੁੰਦੇ ਹਨ, ਇੱਕ ਲਿੰਗੀ ਫੁੱਲ ਅਤੇ ਦੋ ਲਿੰਗੀ ਫੁੱਲ। ਇੱਕ ਲਿੰਗੀ ਫੁੱਲ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਜਾਂ ਤਾਂ ਪੁੰਕੇਸਰ ਹੁੰਦਾ ਹੈ ਜਾਂ ਫਿਰ ਇਸਤਰੀ ਕੇਸਰ, ਜਦੋਂ ਕਿ ਦੋ ਲਿੰਗੀ ਫੁੱਲ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਪੁੰਕੇਸਰ ਤੇ ਇਸਤਰੀ ਕੇਸਰ ਦੋਨੋਂ ਹੀ ਮੌਜੂਦ ਹੁੰਦੇ ਹਨ। ਪਿਆਰੇ ਵਿਦਿਆਰਥੀਓ, ਇਸ ਤੋਂ ਪਹਿਲਾਂ ਕਿ ਆਪਾਂ ਲਿੰਗੀ ਪ੍ਰਜਨਨ ਬਾਰੇ ਹੋਰ ਪੜ੍ਹੀਏ, ਪਹਿਲਾਂ ਆਪਾਂ ਫੁੱਲ ਦੇ ਭਾਗਾਂ ਬਾਰੇ ਵਿਸਥਾਰ ਨਾਲ ਪੜ੍ਹ ਲੈਂਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ, ਫੁੱਲ ਵਿੱਚ ਪੁੰਕੇਸਰ ਅਤੇ ਇਸਤਰੀ ਕੇਸਰ ਹੁੰਦਾ ਹੈ। ਪੁੰਕੇਸਰ ਦੇ ਦੋ ਭਾਗ ਹੁੰਦੇ ਹਨ, ਤੰਤੂ ਅਤੇ ਪਰਾਗਕੋਸ਼। ਪਰਾਗਕੋਸ਼ ਵਿੱਚ ਪਰਾਗ ਕਣ ਹੁੰਦੇ ਹਨ। ਇਸਤਰੀ ਕੇਸਰ ਦੇ ਵੀ ਕਈ ਭਾਗ ਹੁੰਦੇ ਹਨ, ਜਿਵੇਂ ਪਰਾਗ ਕਣ ਗ੍ਰਾਹੀ, ਪਰਾਗ ਬਹਿਣੀ ਅਤੇ ਅੰਡਕੋਸ਼। ਅੰਡਕੋਸ਼ ਵਿੱਚ ਅੰਡਾਣੂ ਹੁੰਦੇ ਹਨ ਜੋ ਇੱਕ ਜਾਂ ਇੱਕ ਤੋਂ ਵਧੇਰੇ ਹੋ ਸਕਦੇ ਹਨ। ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਪਰਾਗਣ ਬਾਰੇ ਪੜ੍ਹਦੇ ਹਾਂ। ਪਰਾਗਕੋਸ਼ ਪੱਕ ਕੇ ਫਟ ਜਾਂਦਾ ਹੈ ਅਤੇ ਪੱਕੇ ਹੋਏ ਪਰਾਗਕਣ ਬਾਹਰ ਆ ਜਾਂਦੇ ਹਨ। ਇਹ ਬਹੁਤ ਹੀ ਛੋਟੇ ਅਤੇ ਹਲਕੇ ਹੁੰਦੇ ਹਨ ਅਤੇ ਹਵਾ, ਪਾਣੀ
ਕੀਟਾਂ ਅਤੇ ਹੋਰ ਜੰਤੂਆਂ ਦੁਆਰਾ ਇੱਕ ਥਾਂ ਤੋਂ ਦੂਸਰੀ ਥਾਂ ਸਥਾਨਾਂਤਰਿਤ ਹੋ ਸਕਦੇ ਹਨ। ਪਰਾਗਕਣਾਂ ਦਾ ਪਰਾਗਕੋਸ਼ ਤੋਂ ਪਰਾਗਕਣ ਗ੍ਰਾਹੀ ਤੱਕ ਸਥਾਨਾਂਤਰਣ ਪਰਾਗਣ ਅਖਵਾਉਂਦਾ ਹੈ, ਜਾਂ ਅਸੀਂ ਇੰਝ ਕਹਿ ਸਕਦੇ ਹਾਂ, ਪਰਾਗਕਣਾਂ ਦਾ ਪੁੰਕੇਸਰ ਤੋਂ ਇਸਤਰੀ ਕੇਸਰ ਤੱਕ ਸਥਾਨਾਂਤਰਣ ਪਰਾਗਣ ਅਖਵਾਉਂਦਾ ਹੈ। ਇਹ ਵੀ ਦੋ ਪ੍ਰਕਾਰ ਦਾ ਹੁੰਦਾ ਹੈ, ਪਰ ਪਰਾਗਣ ਅਤੇ ਸਵੈ ਪਰਾਗਣ। ਪਰ ਪਰਾਗਣ ਵਿੱਚ ਪਰਾਗਕਣ ਇੱਕ ਫੁੱਲ ਦੇ ਪੁੰਕੇਸਰ ਤੋਂ ਦੂਸਰੇ ਫੁੱਲ ਦੇ ਇਸਤਰੀ ਕੇਸਰ ਤੱਕ ਸਥਾਨਾਂਤਰਿਤ ਹੁੰਦੇ ਹਨ, ਜਦੋਂ ਕਿ ਸਵੈ ਪਰਾਗਣ ਵਿੱਚ ਇੱਕੋ ਫੁੱਲ ਦੇ ਪੁੰਕੇਸਰ ਤੋਂ ਪਰਾਗਕਣ ਉਸੇ ਫੁੱਲ ਦੇ ਇਸਤਰੀ ਕੇਸਰ ਤੱਕ ਸਥਾਨਾਂਤਰਿਤ ਹੁੰਦੇ ਹਨ। ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਹੈ ਨਿਸ਼ੇਚਨ ਕਿਰਿਆ। ਜਦੋਂ ਪਰਾਗਕਣ ਪਰਾਗਣ ਤੋਂ ਬਾਅਦ ਪਰਾਗਕਣ ਗ੍ਰਾਹੀ 'ਤੇ ਪਹੁੰਚ ਜਾਂਦੇ ਹਨ, ਤਾਂ ਪਰਾਗਕਣਾਂ ਵਿੱਚੋਂ ਇੱਕ ਪਰਾਗ ਨਲੀ ਨਿਕਲਦੀ ਹੈ, ਜੋ ਕਿ ਪਰਾਗਬੈਣੀ ਦੇ ਥਰੂ ਹੁੰਦੀ ਹੋਈ ਅੰਡਕੋਸ਼ ਵਿੱਚ ਪਹੁੰਚ ਜਾਂਦੀ ਹੈ। ਇੱਥੇ ਨਰ ਯੁਗਮਕ ਅਤੇ ਮਾਦਾ ਯੁਗਮਕ ਦਾ ਸੁਮੇਲ ਹੁੰਦਾ ਹੈ। ਇਸੇ ਨੂੰ ਨਿਸ਼ੇਚਨ ਕਿਰਿਆ ਆਖਦੇ ਹਨ। ਜਿਵੇਂ ਹੇਠਾਂ ਚਿੱਤਰ ਦੇ ਵਿੱਚ ਦਿਖਾਇਆ ਗਿਆ ਹੈ, ਬੀਜ ਤੋਂ ਪੌਦਾ ਵਿਕਸਿਤ ਹੁੰਦਾ ਹੈ। ਪੌਦੇ ਦੇ ਵਿੱਚ ਨਿਸ਼ੇਚਨ ਕਿਰਿਆ ਦੇ ਨਾਲ ਬੀਜ ਬਣਦੇ ਹਨ। ਪਿਆਰੇ ਵਿਦਿਆਰਥੀਓ, ਨਿਸ਼ੇਚਨ ਕਿਰਿਆ ਤੋਂ ਬਾਅਦ ਫਲ ਅਤੇ ਬੀਜ ਬਣਦੇ ਹਨ। ਨਿਸ਼ੇਚਨ ਮਗਰੋਂ ਅੰਡਕੋਸ਼ ਫਲ ਵਿੱਚ ਅਤੇ ਅੰਡਾਣੂ ਬੀਜ ਵਿੱਚ ਪਰਿਵਰਤਿਤ ਹੋ ਜਾਂਦੇ ਹਨ। ਬੀਜ ਵਿਕਸਿਤ ਅੰਡਾਣੂ ਹੁੰਦਾ ਹੈ, ਜਿਸ ਵਿੱਚ ਭਰੂਣ ਅਤੇ ਪੋਸ਼ਣ ਮੌਜੂਦ ਹੁੰਦਾ ਹੈ। ਇਹ ਇੱਕ ਸੁਰੱਖਿਆ ਪਰਤ ਨਾਲ ਘਿਰਿਆ ਹੁੰਦਾ ਹੈ, ਜਿਸ ਨੂੰ ਕਿ ਬੀਜ ਦਾ ਛਿਲਕਾ ਆਖਦੇ ਹਨ। ਪਿਆਰੇ ਵਿਦਿਆਰਥੀਓ, ਫਲ ਵੀ ਦੋ ਪ੍ਰਕਾਰ ਦੇ ਹੁੰਦੇ ਹਨ, ਰੇਸ਼ੇਦਾਰ, ਗੁੱਦੇਦਾਰ ਅਤੇ ਰਸ ਭਰੇ, ਜਿਵੇਂ ਅੰਬ ਅਤੇ ਸੰਤਰਾ, ਜਾਂ ਫਿਰ ਸੁੱਕੇ ਅਤੇ ਸਖਤ, ਜਿਵੇਂ ਬਦਾਮ ਅਤੇ ਅਖਰੋਟ। ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਹੈ ਬੀਜਾਂ ਦੇ ਖਿਲਰਨ ਦੀ ਲੋੜ। ਬੀਜਾਂ ਦੇ ਖਿਲਰਨ ਦੀ ਲੋੜ ਇਸ ਕਰਕੇ ਪੈਂਦੀ ਹੈ ਤਾਂ ਜੋ ਪੌਦਿਆਂ ਦਾ ਆਪਸ ਵਿੱਚ ਮੁਕਾਬਲਾ ਨਾ ਹੋਵੇ। ਇਸ ਤੋਂ ਇਲਾਵਾ ਫਲ ਅਤੇ ਬੀਜਾਂ ਦੇ ਖਿਲਰਨ ਦੇ ਹੋਰ ਲਾਭ ਹੁੰਦੇ ਹਨ, ਜਿਵੇਂ ਪੌਦੇ ਬਹੁਤ ਦੂਰ ਦੁਰਾਡੇ ਪਹੁੰਚ ਜਾਂਦੇ ਹਨ ਅਤੇ ਪੌਦਿਆਂ ਵਿੱਚ ਥਾਂ, ਸੂਰਜ ਦੀ ਰੌਸ਼ਨੀ, ਪਾਣੀ ਅਤੇ ਖਣਿਜਾਂ ਨੂੰ ਲੈ ਕੇ ਮੁਕਾਬਲਾ ਨਹੀਂ ਹੁੰਦਾ। ਇਸ ਤੋਂ ਇਲਾਵਾ ਫਲ ਅਤੇ ਬੀਜਾਂ ਦੇ ਖਿਲਰਨ ਦੀਆਂ ਕੁਝ ਹਾਨੀਆਂ ਹੁੰਦੀਆਂ ਹਨ, ਜਿਵੇਂ ਕਈ ਵਾਰ ਇਹ ਅਸੁਰੱਖਿਅਤ ਵਾਤਾਵਰਨ ਵਿੱਚ ਪਹੁੰਚ ਜਾਂਦੇ ਹਨ, ਜਿੱਥੇ ਇਹ ਪੌਦੇ ਵਿੱਚ ਪਰਿਵਰਤਿਤ ਨਹੀਂ ਹੋ ਪਾਉਂਦੇ। ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਹੈ ਬੀਜਾਂ ਦੇ ਖਿਲਰਨ ਦੀਆਂ ਵਿਧੀਆਂ। ਬੀਜਾਂ ਦੇ ਖਿਲਰਨ ਦੀਆਂ ਕਈ ਵਿਧੀਆਂ ਹਨ, ਜਿਵੇਂ ਪਹਿਲੀ ਹੈ ਹਵਾ ਰਾਹੀਂ ਬੀਜਾਂ ਦਾ ਖਿਲਰਨਾ। ਹਵਾ ਰਾਹੀਂ ਖਿਲਰਨ ਵਾਲੇ ਬੀਜ ਛੋਟੇ, ਹਲਕੇ ਅਤੇ ਕਈ ਵਾਰ ਖੰਭਾਂ ਨਾਲ ਘਿਰੇ ਹੁੰਦੇ ਹਨ। ਹਵਾ ਇਹਨਾਂ ਨੂੰ ਆਸਾਨੀ ਨਾਲ ਉਡਾ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਜਾਂਦੀ ਹੈ। ਇਸ ਦੀ ਉਦਾਹਰਨ ਹੈ ਜਿਵੇਂ ਅੱਕ, ਕਕਰੌਂਦਾ, ਕਪਾਹ ਅਤੇ ਸੂਰਜਮੁਖੀ ਆਦਿ। ਇਸ ਤੋਂ ਬਾਅਦ ਹੈ ਜੀਵਾਂ ਦੁਆਰਾ ਬੀਜਾਂ ਦਾ ਖਿਲਰਨਾ। ਜੀਵ ਕਈ ਤਰ੍ਹਾਂ ਨਾਲ ਬੀਜਾਂ ਨੂੰ ਖਿਲਾਰਨ ਵਿੱਚ ਮਦਦ ਕਰਦੇ ਹਨ, ਜਿਵੇਂ ਕੁਝ ਬੀਜ ਕੰਡੇਦਾਰ ਅਤੇ ਹੁੱਕਾਂ ਵਾਲੇ ਹੁੰਦੇ ਹਨ, ਜੋ ਜੀਵਾਂ ਦੇ ਵਾਲਾਂ ਵਿੱਚ ਫਸ ਕੇ ਬਹੁਤ ਦੂਰ ਤੱਕ ਚਲੇ ਜਾਂਦੇ ਹਨ। ਇਸ ਤੋਂ ਇਲਾਵਾ ਕੁਝ ਗੁੱਦੇਦਾਰ ਅਤੇ ਰਸ ਭਰੇ ਫਲਾਂ ਨੂੰ ਜੀਵ ਖਾ ਲੈਂਦੇ ਹਨ, ਬੀਜਾਂ ਨੂੰ ਇੱਧਰ ਉੱਧਰ ਸੁੱਟ ਦਿੰਦੇ ਹਨ। ਇਸ ਤਰ੍ਹਾਂ ਨਾਲ ਬੀਜਾਂ ਦੇ ਖਿਲਰਨ ਵਿੱਚ ਮਦਦ ਹੁੰਦੀ ਹੈ। ਇਸ ਤੋਂ ਇਲਾਵਾ
ਕੁਝ ਛੋਟੇ ਬੀਜਾਂ ਨੂੰ ਜੀਵ ਫਲਾਂ ਸਮੇਤ ਖਾ ਲੈਂਦੇ ਹਨ ਅਤੇ ਜਦੋਂ ਇਹ ਅਣਪਚੇ ਭੋਜਨ ਦੇ ਰੂਪ ਵਿੱਚ ਉਹਨਾਂ ਦੇ ਸਰੀਰ ਤੋਂ ਬਾਹਰ ਆਉਂਦੇ ਹਨ ਤਾਂ ਇਹ ਬਹੁਤ ਦੂਰ ਪਹੁੰਚ ਜਾਂਦੇ ਹਨ। ਪਿਆਰੇ ਵਿਦਿਆਰਥੀਓ, ਇਸ ਤੋਂ ਅਗਲਾ ਹੈ ਪਾਣੀ ਦੁਆਰਾ ਬੀਜਾਂ ਦਾ ਖਿਲਰਨਾ। ਪਾਣੀ ਵੀ ਬੀਜਾਂ ਦੇ ਖਿਲਰਨ ਵਿੱਚ ਬਹੁਤ ਮਦਦ ਕਰਦਾ ਹੈ। ਅਜਿਹੇ ਬੀਜ ਪਾਣੀ ਦੇ ਉੱਪਰ ਤੈਰਦੇ ਹਨ ਅਤੇ ਕਿਸੇ ਸੁਰੱਖਿਆ ਪਰਤ ਨਾਲ ਘਿਰੇ ਹੁੰਦੇ ਹਨ। ਪਾਣੀ ਦੀਆਂ ਲਹਿਰਾਂ ਇਹਨਾਂ ਨੂੰ ਦੂਰ ਦੂਰ ਤੱਕ ਪਹੁੰਚਾ ਦਿੰਦੀਆਂ ਹਨ। ਇਸ ਦੀ ਉਦਾਹਰਨ ਹੈ ਨਾਰੀਅਲ। ਨਾਰੀਅਲ ਦਾ ਖੋਲ ਰੇਸ਼ੇਦਾਰ ਅਤੇ ਸਖਤ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਇਸ ਤੋਂ ਇਲਾਵਾ ਬੀਜਾਂ ਦੇ ਖਿਲਰਨ ਦੀ ਇੱਕ ਹੋਰ ਵਿਧੀ ਵੀ ਹੈ ਜਿਸ ਦਾ ਨਾਮ ਹੈ ਵਿਸਫੋਟਕ ਪ੍ਰਕਿਰਿਆ। ਕੁਝ ਪੌਦਿਆਂ ਦੇ ਫਲ ਵਿਸਫੋਟ ਨਾਲ ਫਟਦੇ ਹਨ ਜਿਸ ਨਾਲ ਬੀਜ ਦੂਰ ਦੂਰ ਤੱਕ ਖਿਲਰ ਜਾਂਦੇ ਹਨ। ਇਸ ਦੀ ਉਦਾਹਰਨ ਹੈ ਅਰਿੰਡ। ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਹੈ ਬੀਜਾਂ ਦਾ ਉੱਗਣਾ। ਜਦੋਂ ਬੀਜ ਸਿੱਲੀ ਮਿੱਟੀ ਵਿੱਚ ਪਹੁੰਚਦਾ ਹੈ ਤਾਂ ਪਾਣੀ ਨੂੰ ਸੋਖ ਕੇ ਫੁੱਲ ਜਾਂਦਾ ਹੈ। ਇਸ ਦਾ ਜੜ ਅੰਕੁਰ ਮਿੱਟੀ ਵਿੱਚ ਧੱਸ ਜਾਂਦਾ ਹੈ ਜਦੋਂ ਕਿ ਤਣਾ ਅੰਕੁਰ ਉੱਪਰ ਵੱਲ ਵੱਧਦਾ ਹੈ ਜਿਸ ਨੂੰ ਕਿ ਪੱਤੀਆਂ ਉੱਗ ਆਉਂਦੀਆਂ ਹਨ। ਇਸ ਤਰ੍ਹਾਂ ਬੀਜ ਪੌਦੇ ਵਿੱਚ ਪਰਾਵਰਤਿਤ ਹੋ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਇਸ ਤੋਂ ਅੱਗੇ ਹੈ ਦੁਹਰਾਈ। ਹੁਣ ਅਸੀਂ ਕੁਝ ਮੁੱਖ ਗੱਲਾਂ ਦੀ ਦੁਹਰਾਈ ਕਰ ਲੈਂਦੇ ਹਾਂ। ਪੌਦਿਆਂ ਦੇ ਪ੍ਰਜਨਨ ਦੇ ਕਈ ਢੰਗ ਹਨ, ਜਿਵੇਂ ਅਲਿੰਗੀ ਪ੍ਰਜਨਨ, ਕਾਇਕ ਪ੍ਰਜਨਨ ਅਤੇ ਲਿੰਗੀ ਪ੍ਰਜਨਨ। ਅਲਿੰਗੀ ਪ੍ਰਜਨਨ ਉਹ ਵਿਧੀ ਹੈ ਜਿਸ ਵਿੱਚ ਬੀਜਾਂ ਦੀ ਲੋੜ ਨਹੀਂ ਹੁੰਦੀ ਅਤੇ ਇੱਕ ਹੀ ਜਣਕ ਤੋਂ ਨਵੇਂ ਪੌਦੇ ਪੈਦਾ ਹੋ ਜਾਂਦੇ ਹਨ। ਇਸ ਦੇ ਕਈ ਤਰੀਕੇ ਹਨ, ਜਿਵੇਂ ਦੋ ਖੰਡਨ, ਕਲੀਆਂ ਰਾਹੀਂ, ਵਿਖੰਡਨ, ਬੀਜਾਣੂਆਂ ਰਾਹੀਂ ਅਤੇ ਪੁਨਰਜਨਨ ਆਦਿ। ਕਾਇਕ ਪ੍ਰਜਨਨ। ਕਾਇਕ ਪ੍ਰਜਨਨ ਦੀ ਉਹ ਵਿਧੀ ਹੈ ਜਿਸ ਵਿੱਚ ਜੜ੍ਹਾਂ, ਤਣੇ ਅਤੇ ਪੱਤੇ ਰਾਹੀਂ ਨਵੇਂ ਪੌਦੇ ਪੈਦਾ ਹੁੰਦੇ ਹਨ। ਇਸ ਦੇ ਵਿੱਚ ਵੀ ਬੀਜ ਨਹੀਂ ਬਣਦੇ। ਇਸ ਤੋਂ ਇਲਾਵਾ ਕਾਇਕ ਪ੍ਰਜਨਨ ਦੇ ਕੁਝ ਬਨਾਵਟੀ ਢੰਗ ਵੀ ਹਨ, ਜਿਵੇਂ ਕਲਮ ਲਗਾਉਣਾ, ਦਾਬ ਲਗਾਉਣਾ, ਪਿਉਂਦ ਅਤੇ ਟਿਸ਼ੂ ਕਲਚਰ ਆਦਿ। ਇਸ ਤੋਂ ਬਾਅਦ ਆਉਂਦਾ ਹੈ ਲਿੰਗੀ ਪ੍ਰਜਨਨ। ਲਿੰਗੀ ਪ੍ਰਜਨਨ ਕੇਵਲ ਫੁੱਲਦਾਰ ਪੌਦਿਆਂ ਵਿੱਚ ਹੁੰਦਾ ਹੈ। ਫੁੱਲ ਵਿੱਚ ਪੁੰਕੇਸਰ ਅਤੇ ਇਸਤਰੀ ਕੇਸਰ ਹੁੰਦੇ ਹਨ। ਫੁੱਲ ਵੀ ਦੋ ਪ੍ਰਕਾਰ ਦੇ ਹੁੰਦੇ ਹਨ, ਇੱਕ ਲਿੰਗੀ ਫੁੱਲ ਅਤੇ ਦੋ ਲਿੰਗੀ ਫੁੱਲ। ਪੌਦਿਆਂ ਵਿੱਚ ਪਰਾਗਣ ਕਿਰਿਆ ਹੁੰਦੀ ਹੈ ਜਿਸ ਨਾਲ ਪਰਾਗ ਕਣ ਪੁੰਕੇਸਰ ਤੋਂ ਇਸਤਰੀ ਕੇਸਰ ਤੱਕ ਪਹੁੰਚਦੇ ਹਨ। ਪਰਾਗਣ ਹੋਣ ਤੋਂ ਬਾਅਦ ਪੌਦਿਆਂ ਵਿੱਚ ਨਿਸ਼ੇਚਨ ਕਿਰਿਆ ਹੁੰਦੀ ਹੈ ਜਿਸ ਵਿੱਚ ਨਰ ਅਤੇ ਮਾਦਾ ਯੁਗਮਕ ਦਾ ਸੁਮੇਲ ਹੁੰਦਾ ਹੈ। ਇਸ ਤੋਂ ਬਾਅਦ ਫਲ ਅਤੇ ਬੀਜ ਬਣਦੇ ਹਨ। ਅੰਡਕੋਸ਼ ਫਲ ਵਿੱਚ, ਜਦੋਂ ਕਿ ਅੰਡਾਣੂ ਬੀਜ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਬੀਜ ਵੱਖ-ਵੱਖ ਵਿਧੀਆਂ ਰਾਹੀਂ ਦੂਰ ਦੂਰ ਤੱਕ ਫੈਲ ਜਾਂਦੇ ਹਨ, ਖਿਲਰ ਜਾਂਦੇ ਹਨ। ਇਸ ਤੋਂ ਬਾਅਦ ਅਸੀਂ ਬੀਜਾਂ ਦੇ ਪੁੰਗਰਨ ਬਾਰੇ ਪੜ੍ਹਿਆ। ਇਹ ਸਨ ਇਸ ਪਾਠ ਦੇ ਸਾਰੇ ਪ੍ਰਮੁੱਖ ਟੌਪਿਕ। ਉਮੀਦ ਹੈ ਤੁਸੀਂ ਇਸ ਪਾਠ ਦੀ ਦੁਹਰਾਈ ਜ਼ਰੂਰ ਕਰੋਗੇ।
ਧੰਨਵਾਦ।